मेरी तरफों सारे व्यूअर्स ਨੂੰ ਸਤਿ ਸ਼੍ਰੀ ਅਕਾਲ। देखो ये वीडियो ਅਸੀਂ ਉਹਨਾਂ ਵਾਸਤੇ ਬਣਾਈ ਹੈ ਕਿ ਕੈਨੇਡਾ ਵਿੱਚ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਨੇ ਉਹ ਆਪਦੇ ਰਿਸ਼ਤੇਦਾਰਾਂ ਨੂੰ ਹੁਣ ਕੈਨੇਡਾ ਕਿਵੇਂ ਬੁਲਾ ਸਕਦੇ ਨੇ। ਇਹ ਸਿਰਫ ਇਸ ਸਾਲ ਹੀ ਵੈਲਿਡ ਹੈ, ਸਿਰਫ 27 ਫਰਵਰੀ 2023 ਤੱਕ। ਉਸ ਤੋਂ ਬਾਅਦ ਇਹਦੀ ਵੈਲਿਡਿਟੀ ਐਕਸਟੈਂਡ ਵੀ ਹੋ ਸਕਦੀ ਹੈ, ਇਹਨੂੰ ਖਤਮ ਵੀ ਕੀਤਾ ਜਾ ਸਕਦਾ ਹੈ। ਤੁਸੀਂ ਸਾਰੇ ਜਾਣਦੇ ਜੇ ਕਿ 2 ਸਾਲ ਜਦੋਂ ਕਰੋਨਾ ਲੱਗਾ ਹੋਇਆ ਸੀ ਤਾਂ ਕੈਨੇਡਾ ਦੇ ਵਿਚਕਾਰ ਕਿਸੇ ਨੂੰ ਆਉਣ ਜਾਣ ਦੀ ਪਰਮਿਸ਼ਨ ਨਹੀਂ ਸੀ ਤੇ ਨਤੀਜਾ ਕੀ ਹੋਇਆ ਕਿ ਪ੍ਰੈਜ਼ੈਂਟਲੀ ਜਿਹੜੇ ਉੱਥੇ ਸੀ ਤੇ ਡੀ ਦੀਆਂ ਪੋਸਟਾਂ ਨੇ ਉਹ ਬਹੁਤ ਖਾਲੀ ਹੋ ਗਈਆਂ। ਉਹਨਾਂ ਵਾਸਤੇ ਉਹਨਾਂ ਨੂੰ ਲੋੜੀਂਦੇ ਜਿਹੜੇ ਕਰਮਚਾਰੀ ਮਿਲਦੇ ਨਹੀਂ। ਇਹ ਪਹਿਲੀ ਗੱਲ ਧਿਆਨ ਸੋਚ ਕੇ ਚੱਲੋ ਕਿ ਵਿਦੇਸ਼ਾਂ ਵਿੱਚ ਕੋਈ ਅਫਸਰ ਨਹੀਂ ਹੁੰਦਾ, ਸਾਰਿਆਂ ਨੂੰ ਲੇਬਰ ਟਾਈਪ ਕੰਮ ਕਰਨਾ ਪੈਂਦਾ ਹੈ। ਇੱਥੇ ਆ ਕੇ ਤੁਹਾਨੂੰ ਜੋ ਮਰਜ਼ੀ ਕਹੀ ਜਾਣ, ਪਰ ਸੱਚਾਈ ਜੋ ਹੈ ਉਹੀ ਮੈਂ ਤੁਹਾਨੂੰ ਦੱਸ ਰਿਹਾ। ਸੋ ਸਕੀਮ ਕੀ ਹੈ ਔਰ ਇਹ ਕਿਉਂ ਲਾਗੂ ਕੀਤੀ ਗਈ। ਦੇਖੋ ਕੀ ਹੁੰਦਾ ਹੈ ਕਿ ਜਿਹੜੀ ਤਾਂ ਐਕਸਪ੍ਰੈਸ ਐਂਟਰੀ ਹੈ ਕੈਨੇਡਾ ਦੀ ਉਹ 2 ਸਾਲ ਬੰਦ ਰਹੀ ਹੈ ਤੇ ਇਹ ਅਗਲੇ ਮਹੀਨੇ ਤੋਂ ਚਾਲੂ ਕੀਤੀ ਜਾਂਦੀ ਹੈ। ਇਸ ਕਰਕੇ ਉਹਦੇ ਸਿਰਫ 50,000 ਬੰਦਾ ਉਹਨਾਂ ਨੇ ਲੈਣਾ ਹੈਗਾ, ਜਦਕਿ ਫਾਈਲ ਉਹਦੇ ਤੇ 21 ਲੱਖ ਪਈ ਹੈਗੀ ਹੈ। ਵੀ 21 ਲੱਖ ਜੋ ਸਿਲੈਕਟ ਵੀ ਕਰਨਗੇ ਤਾਂ CRS ਸਕੋਰ ਬਹੁਤ ਹਾਈ ਹੋਊਗਾ। ਤੁਹਾਡੇ ਜਿਨ੍ਹਾਂ ਨੇ ਪਹਿਲਾਂ ਫਾਈਲਾਂ ਲਾਈਆਂ ਹੋਈਆਂ ਨੇ ਉਹਨਾਂ ਦੇ ਚਾਂਸ ਬਹੁਤ ਘੱਟ ਨੇ। ਤੇ ਉੱਥੇ ਹੈ ਕੀ ਹੈ ਕਿ ਇੱਕ ਮੌਕਾ ਦਿੱਤਾ ਗਿਆ ਹੈ ਇੰਟਰਨੈਸ਼ਨਲ ਸਟੂਡੈਂਟਸ ਨੂੰ। ਜੇ ਭਾਰਤ ਵਿੱਚ ਤੁਹਾਡਾ ਕੋਈ ਬੱਚਾ ਕੈਨੇਡਾ ਵਿੱਚ ਆਲਰੇਡੀ ਪੜ੍ਹ ਰਿਹਾ ਹੈ, ਚਾਹੇ ਲੜਕਾ ਹੈ, ਚਾਹੇ ਲੜਕੀ ਹੈ, ਚਾਹੇ ਨੂੰਹ ਹੈ, ਤਾਂ ਤੁਸੀਂ ਦੇਖਿਆ ਹੋਵੇਗਾ ਜਦ ਅਸੀਂ ਕੈਨੇਡਾ ਦੀ ਫਾਈਲ ਲਾਉਂਦੇ ਹਾਂ ਤਾਂ ਉਹਦੇ ਵਿੱਚ ਇੱਕ ਫੈਮਿਲੀ ਇਨਫੋਰਮੇਸ਼ਨ ਫਾਰਮ ਹੁੰਦਾ ਹੈ ਔਰ ਹਰ ਇੱਕ ਨੇ ਭਰਨਾ ਹੁੰਦਾ। ਉਹਦੇ ਵਿਚਕਾਰ ਜੇ ਤੁਹਾਡਾ ਨਾਂ ਹੈਗਾ ਤਾਂ ਤੁਹਾਨੂੰ ਉਹ ਵਿਦਿਆਰਥੀ ਬਾਹਰਲੇ ਦੇਸ਼ਾਂ ਤੋਂ ਤੁਹਾਨੂੰ ਸਪਾਂਸਰ ਕਰ ਸਕਦਾ ਹੈ। ਪਹਿਲਾਂ ਇਹ ਫੈਸਿਲਿਟੀ ਸਿਰਫ ਨਾਗਰਿਕਾਂ ਨੂੰ ਤੇ ਪਰਮਨੈਂਟ ਰੈਜ਼ੀਡੈਂਟ ਹੁੰਦੀ ਸੀ, ਜਿਹੜੀ ਕਿ ਹੁਣ ਸਟੂਡੈਂਟਸ ਨੂੰ ਅਲਾਉ ਕੀਤੀ ਗਈ ਹੈ। ਹੁਣ ਤੁਹਾਨੂੰ ਦੱਸਾਂਗੇ ਕਿ ਇਹਦੇ ਅਸੀਂ ਅਲੱਗ-ਅਲੱਗ ਅੰਕ ਬਣਾਏ ਨੇ ਔਰ 1 ਬਾਈ 1 ਅਸੀਂ ਤੁਹਾਨੂੰ ਐਕਸਪਲੇਨ ਕਰਨ ਜਾ ਰਹੇ ਹਾਂ। ਕੌਣ ਬੁਲਾ ਸਕਦਾ ਹੈ ਕੈਨੇਡਾ ਜਾਣ ਵਾਸਤੇ। ਜਦ ਤੁਸੀਂ ਫਾਰਮ ਭਰਦੇ ਜੀ, ਫੈਮਿਲੀ ਇਨਫੋਰਮੇਸ਼ਨ ਫਾਰਮ ਭਰਿਆ ਹੋਇਆ, ਜੇ ਉਹਦੇ ਵਿੱਚ ਤੁਹਾਡਾ ਨਾਮ ਲਿਖਿਆ ਹੋਇਆ ਤਾਂ ਤੁਸੀਂ ਇਸ ਸਕੀਮ ਦਾ ਲਾਹਾ ਲੈ ਸਕਦੇ ਜੀ। ਬੁਲਾਉਣ ਦਾ ਤਰੀਕਾ ਕੀ ਹੈ। ਦੇਖੋ ਜਿੰਨੇ ਵੀ ਤੁਹਾਨੂੰ ਬੁਲਾਉਣਾ ਉਹਨੂੰ ਸਮਝਾ ਦਿਓ ਕਿ ਕਿਵੇਂ ਬੁਲਾਇਆ ਜਾਂਦਾ ਹੈ। ਸਭ ਤੋਂ ਪਹਿਲਾਂ ਜਿਹੜਾ ਐਪਲੀਕੈਂਟ ਹੈ ਉਹਨੇ ਆਪਦੇ ਬੈਂਕ ਕੋਲ ਜਾਣਾ ਹੈ ਜਿੱਥੇ ਉਹਦਾ ਸੇਵਿੰਗ ਅਕਾਊਂਟ ਜਾਂ ਕਰੰਟ ਅਕਾਊਂਟ ਹੈ। ਕੈਨੇਡਾ ਦੀ ਸਰਕਾਰ ਨੇ ਇੱਕ ਫਾਰਮ ਪ੍ਰਮਾਣਿਤ ਕੀਤਾ ਹੈ। ਉਹ ਫਾਰਮ ਬੈਂਕ ਤੁਹਾਨੂੰ ਕੱਢ ਕੇ ਦੇਗਾ ਕਿ ਇਸ ਬੰਦੇ ਦੇ ਬੈਂਕ ਵਿੱਚ ਕਿੰਨਾ ਬੈਲੈਂਸ ਹੈ, ਇਹਦੀ ਕੀ ਪ੍ਰੋਪਰਟੀ ਹੈ, ਇਹਦੀ ਵੀ ਐਵਰੀਥਿੰਗ ਅਸੈਟਸ ਐਜ਼ ਵੈਲ ਐਜ਼ ਫਾਈਨੈਂਸ਼ੀਅਲ ਉਹਦੇ 'ਚ ਅੰਕਿਤ ਹੁੰਦੀ ਹੈ। ਉਹ ਫਾਰਮ ਉੱਥੋਂ ਲੈਣਾ ਹੁੰਦਾ ਹੈ। ਉਸ ਤੋਂ ਬਾਅਦ ਤੁਹਾਡੇ ਕੋਲ ਪੇ ਸਟੱਪ, ਜਿਹੜਾ ਤੁਹਾਡਾ ਇੰਪਲੋਇਰ ਤੁਹਾਨੂੰ ਪੇ ਸਟੱਪ ਦੇ ਰਿਹਾ ਹੈ, ਉਹਦੀ ਕਾਪੀ ਤੁਹਾਡੇ ਕੋਲ ਹੋਣੀ ਚਾਹੀਦੀ ਹੈ। ਨੈਕਸਟ, ਸਾਡੇ ਕੈਨੇਡਾ ਵਿੱਚ 1 ਜਨਵਰੀ ਤੋਂ ਲੈ ਕੇ 31 ਦਸੰਬਰ ਤੱਕ ਦਾ ਸਾਲ ਗਿਣਿਆ ਜਾਂਦਾ ਹੈ ਤੇ ਹਰ ਬੰਦੇ ਨੇ ਜਨਵਰੀ, ਫਰਵਰੀ, ਮਾਰਚ 3 ਮਹੀਨਿਆਂ 'ਚ ਆਪਦੀ ਇਨਕਮ ਟੈਕਸ ਦੀ ਰਿਟਰਨ ਫਾਈਲ ਕਰਨੀ ਹੁੰਦੀ ਹੈ। ਇੱਕ ਉਸ ਰਿਟਰਨ ਦੀ ਕਾਪੀ ਨਾਲ ਲੱਗਦੀ ਹੈ। ਫਿਰ ਪਾਸਪੋਰਟ ਦੀ ਕਾਪੀ, ਆਪਣਾ ਪੇ ਸਟੱਪ ਨਾਲ ਕੈਰੀ ਕਰੋ ਤੇ ਤੁਸੀਂ ਆਪਦੇ ਸੈੱਲ ਫੋਨ ਤੇ ਗੂਗਲ ਕਰੋ ਕਿ ਲੋਕੇਸ਼ਨ ਆਫ ਨੀਅਰ ਬਾਈ ਨੋਟਰੀ ਪਬਲਿਕ ਆਫਿਸ। ਕੈਨੇਡਾ ਦੇ ਵਿਚਕਾਰ ਹਰ ਲੋਕੈਲਿਟੀ 'ਚ ਇੱਕ ਨੋਟਰੀ ਪਬਲਿਕ ਹੁੰਦਾ ਹੈ ਜਿਹਦਾ ਕਿ ਦਫ਼ਤਰ ਰਾਤ ਦੇ 8 ਵਜੇ ਜਾਂ 9 ਵਜੇ ਤੱਕ ਵੀ ਖੁੱਲ੍ਹਾ ਹੁੰਦਾ ਹੈ ਔਰ ਵੀਕਐਂਡ ਦੇ ਛੁੱਟੀ ਦੇ ਉੱਤੇ ਵੀ ਕਈ ਵਾਰ ਖੁੱਲ੍ਹਾ ਹੁੰਦਾ ਹੈ। ਤੁਸੀਂ ਉਹਦੇ ਤੋਂ ਟਾਈਮ ਚੈੱਕ ਕਰ ਸਕਦੇ ਜੀ ਕਿ ਕਿਹੜੇ ਟਾਈਮ ਖੁੱਲ੍ਹਾ ਹੈ। ਉੱਤੇ ਫ਼ੋਨ ਨੰਬਰ ਹੁੰਦਾ ਹੈ, ਉਹਨਾਂ ਅਪੁਆਇੰਟਮੈਂਟ ਕਰ ਲਓ, ਫਿਕਸ ਕਰ ਲਓ, ਉਹਦੇ ਕੋਲ ਜਾਓ। ਉਹ ਵੱਧ ਤੋਂ ਵੱਧ $50 ਤੁਹਾਡੇ ਕੋਲ ਲਏਗਾ ਔਰ ਤੁਹਾਡੀ ਉਹਦੇ ਕੋਲ ਆਲਰੇਡੀ ਫਾਰਮ ਕੰਪਿਊਟਰ ਵਿੱਚ ਪਾਇਆ ਹੁੰਦਾ ਹੈ, ਉਹਨੂੰ ਕਹਿੰਦੇ ਆਪਾਂ ਸਪਾਂਸਰਸ਼ਿਪ ਫਾਰਮ। ਉਹ ਤੁਹਾਡੀ ਜਾਣਕਾਰੀ ਉਹਦੇ ਵਿੱਚ ਭਰੇਗਾ ਵੀ ਤੁਹਾਡੇ ਕੋਲ ਨਾਂ ਕੀ ਹੈ, ਤੁਹਾਡੀ ਸਟੇਟਸ ਕੀ ਹੈ, ਤੁਹਾਡੇ ਬੈਂਕ 'ਚ ਕਿੰਨਾ ਟ੍ਰਾਂਜੈਕਸ਼ਨ ਹੋਇਆ ਹੈ, ਇਨਕਮ ਟੈਕਸ ਦੀ ਰਿਟਰਨ ਕਿੰਨੀ ਹੈ, ਤੁਹਾਡਾ ਪੇ ਸਟੱਪ ਦੀ ਤਨਖਾਹ ਕਿੰਨੀ ਹੈ, ਤਾਂ ਉਹ ਉੱਥੋਂ ਫਾਰਮ ਨਾਲ ਲਗਾਏਗਾ। ਸੋ ਉਹ ਫਾਰਮ ਚਾਹੇ ਉਹ ਆਨਲਾਈਨ ਭੇਜੇ ਚਾਹੇ ਉਹ ਫਾਸਟ ਤਰੀਕੇ ਨਾਲ ਭੇਜੇ, ਉਹ ਡਾਕੂਮੈਂਟ ਹੁੰਦੇ ਨੇ ਜਿਹੜੇ ਕਿ ਡਾਕੂਮੈਂਟ ਜਿਹੜੇ ਇੰਡੀਆ ਰਹਿੰਦੇ ਰਿਸ਼ਤੇਦਾਰ ਨੂੰ ਦੇਣੇ ਹੁੰਦੇ ਆ, ਜਿਸ ਤੋਂ ਬਾਅਦ ਉਹਦੀ ਪ੍ਰੋਸੈਸ ਜਿਹੜੀ ਹੈ ਵਿਜ਼ਟਰ ਵੀਜ਼ੇ ਦੀ ਸਟਾਰਟ ਹੁੰਦੀ ਹੈ। देखो विजिटर वीज़ा
ਮਿਲਣਾ ਬਹੁਤ ਆਸਾਨ ਹੈ। ਉਹਦੇ 'ਚ ਇਹ ਚੀਜ਼ ਧਿਆਨ ਕਰਕੇ ਚੱਲੋ ਕਿ ਤੁਹਾਡੇ ਕੋਲ ਬੈਂਕ ਵਿੱਚ ਜਿਹਨੇ ਵੀ ਕੈਨੇਡਾ ਜਾਣਾ ਹੈ ਉਹਦੇ ਕੋਲ ਬੈਂਕ 'ਚ ਪੈਸੇ ਹੋਣੇ ਲਾਜ਼ਮੀ ਨੇ। ਇਹ ਪੈਸੇ ਕਿਸੇ ਨੇ ਰਿਸ਼ਵਤ ਨਹੀਂ ਲੈਣੀ, ਨਾ ਤੁਸੀਂ ਕਿਸੇ ਨੂੰ ਦੇਣੇ ਨੇ, ਇਹ ਤੁਹਾਡੇ ਪੈਸੇ ਨੇ, ਤੁਹਾਡੇ ਕੋਲ ਰਹਿਣੇ ਨੇ। ਔਰ ਤੁਸੀਂ ਇਹ ਪ੍ਰੂਫ ਕੈਨੇਡਾ ਦੇ ਹਵਾਈ ਅੱਡੇ 'ਤੇ ਦੇਣਾ ਹੁੰਦਾ ਹੈ ਕਿ ਬਈ ਮੇਰੇ ਕੋਲੇ ਬੈਂਕ 'ਚ ਪੈਸੇ ਹੈਗੇ ਆ। ਪ੍ਰੈਫਰੇਬਲੀ ਸੇਵਿੰਗ ਅਕਾਊਂਟ ਜਾਂ ਚੈਕਿੰਗ ਅਕਾਊਂਟ 'ਚ ਹੋਣੇ ਚਾਹੀਦੇ ਨੇ, ਜਾਂ ਤੁਹਾਡਾ ਕਾਰਡ ਕ੍ਰੈਡਿਟ ਕਾਰਡ ਹੈ ਉਨੀ ਉਹਦੀ ਲਿਮਿਟ ਹੋਣੀ ਚਾਹੀਦੀ ਹੈ। ਵੀ ਸਪੋਜ਼ ਕਰੋ ਵੀ ਤੁਹਾਡੇ ਕ੍ਰੈਡਿਟ ਕਾਰਡ ਦੀ ਲਿਮਿਟ 15,000 ਕੈਨੇਡੀਅਨ ਡਾਲਰ ਹੈ ਜਾਂ 20,000 ਕੈਨੇਡੀਅਨ ਡਾਲਰ ਹੈ ਤਾਂ ਤੁਹਾਡੇ ਉੱਤੇ ਉਹ ਪ੍ਰੋਬਲਮ ਨਹੀਂ ਆਉਣ ਵਾਲੀ। ਸੋ ਇਹ ਡਾਕੂਮੈਂਟ ਲਾ ਕੇ ਜੇ ਤਾਂ ਤੁਸੀਂ ਕਿ ਇਹਦੇ RCIC ਕੌਣ ਹੁੰਦਾ ਹੈ? ਜੋ ਕੈਨੇਡਾ ਸਰਕਾਰ ਤੋਂ ਪਰਮਾਨੈਂਟ ਇਮੀਗ੍ਰੇਸ਼ਨ ਕੰਸਲਟੈਂਟ ਹੁੰਦਾ ਹੈ। ਉਹਨੇ ਲਗਭਗ 1 ਸਾਲ ਪੜ੍ਹਾਈ ਕੀਤੀ ਹੁੰਦੀ ਆ, ਆਇਲਟ ਦੇ ਵਿਚਕਾਰ 8 ਬੈਂਡ ਲਏ ਹੁੰਦੇ ਨੇ, ਅਤੇ ਉਹਨੂੰ ਸਰਕਾਰ ਦੀ ਤਰਫੋਂ ਡਾਇਰੈਕਟ ਈਮੇਲ ਆਉਂਦੀ ਹੈ ਕਿ ਕੀ ਨਵੀਆਂ ਚੇਂਜਸ ਆ ਰਹੀਆਂ, ਕਿਹੜੀਆਂ ਨਹੀਂ ਆ ਰਹੀਆਂ। ਜਦਕਿ ਲੋਕਲ ਇੰਡੀਆ 'ਚ ਜਿਹੜੇ ਆਪਣੇ ਏਜੰਟ ਨੇ ਇਹਨਾਂ ਨੂੰ ਲੇਟੈਸਟ ਇਨਫੋਰਮੇਸ਼ਨ ਹੁੰਦੀ ਨਹੀਂ ਹੈ। ਔਰ ਪਲੱਸ ਕੀ ਇਹਨਾਂ ਕੋਲ ਟਾਈਮ ਵੀ ਨਹੀਂ ਹੁੰਦਾ ਗਾਹਕ ਨੂੰ ਦੱਸਣ ਵਾਸਤੇ ਕਿ ਇਹ ਸਕੀਮ ਕੀ ਹੈ। ਸੋ ਜੇ ਉੱਥੇ ਤੁਸੀਂ ਫਾਈਲ ਲਗਾਓਗੇ ਤਾਂ ਇਹਦੀ $500 ਫੀਸ ਹੁੰਦੀ ਹੈ, ਕਿਉਂਕਿ ਉੱਥੇ ਇਮੀਗ੍ਰੇਸ਼ਨ ਕੰਸਲਟੈਂਟ ਨੂੰ ਟੈਕਸ ਪੇ ਕਰਨਾ ਪੈਂਦਾ ਹੈ। ਇਹ ਫਾਈਲ ਜੇ ਤੁਸੀਂ ਇੰਡੀਆ 'ਚ ਕਿਸੇ ਏਜੰਟ ਕੋਲ ਲਵਾਓਗੇ ਤਾਂ ਉਹਦੀ ਫੀਸ 10,000 ਰੁਪਏ ਤੋਂ ਲੈ ਕੇ 25,000 ਰੁਪਏ ਟੋਟਲ ਹੋ ਸਕਦੀ ਹੈ। ਇਹ ਡਿਪੈਂਡ ਕਰਦਾ ਕਿ ਜੇ ਕੋਈ ਚੰਡੀਗੜ੍ਹ ਮੋਹਾਲੀ ਬੈਠਾ ਉਹ 25,000 ਲਊਗਾ, ਜਾਂ ਲੁਧਿਆਣੇ ਜਾਂ ਜਲੰਧਰ ਬੈਠਾ ਹੈ ਤੇ ਜਿਹੜਾ ਲੋਕਲ ਛੋਟੇ ਸ਼ਹਿਰ 'ਚ ਬੈਠਾ ਉਹ 10,000 ਰੁਪਏ ਤੁਹਾਡੇ ਕੋਲ ਚਾਰਜ ਕਰੇਗਾ। ਬਿਲਕੁਲ ਕਿਸੇ ਨੂੰ 10 ਲੱਖ 15 ਲੱਖ 20 ਲੱਖ ਬਿਲਕੁਲ ਨਾ ਲਿਓ, ਇਹ ਤੁਹਾਡੇ ਨਾਲ ਹੇਰਾਫੇਰੀ ਦਾ ਕੰਮ ਹੈ। ਆਪਦੇ ਪੈਸੇ ਬਚਾਓ। ਪ੍ਰੈਫਰੇਬਲੀ ਤੁਸੀਂ ਇਹ ਕੇਸ ਕੈਨੇਡਾ ਵਿੱਚ ਹੀ ਕਿਸੇ ਇਮੀਗ੍ਰੇਸ਼ਨ ਕੰਸਲਟੈਂਟ ਤੋਂ ਲਗਵਾਓ, ਕਿਉਂਕਿ ਇਹ ਫਾਈਲ ਆਨਲਾਈਨ ਲੱਗਦੀ ਹੈ, ਇਹ 'ਤੇ ਪੇਪਰ ਫਾਈਲ ਨਹੀਂ ਹੁੰਦੀ। ਇਹ 'ਤੇ ਫੈਸਲਾ ਵੱਧ ਤੋਂ ਵੱਧ 15 ਦਿਨ ਹੋ ਜਾਂਦਾ ਹੈ ਕਿ ਤੁਹਾਨੂੰ ਪਤਾ ਲੱਗ ਜਾਂਦਾ ਵੀ ਤੁਹਾਨੂੰ ਵੀਜ਼ਾ ਲੱਗਾ ਹੈ ਜਾਂ ਨਹੀਂ ਲੱਗਾ ਹੈ। ਜੇ ਤੁਸੀਂ ਦੇਖੋ ਆਫਕੋਰਸ ਪ੍ਰੈਜ਼ੈਂਟਲੀ ਕਿਉਂਕਿ ਡੀਜ਼ਲ ਪੈਟਰੋਲ ਦੀ ਕੀਮਤ ਜ਼ਿਆਦਾ ਵਧਣ ਕਰਕੇ ਵੱਖ-ਵੱਖ ਏਅਰਲਾਈਨ ਨੇ ਆਪਦੀ ਟਿਕਟ ਦੀ ਕੀਮਤ ਬਹੁਤ ਜ਼ਿਆਦਾ ਕਰ ਦਿੱਤੀ ਹੈ। ਪਰ ਤੁਸੀਂ ਕੀ ਕਰੋ ਕਿ ਤੁਸੀਂ ਟੁੱਟਵੀਂ ਟਿਕਟ ਲਾਓ, ਕਿਉਂਕਿ ਅੱਜ ਕੱਲ੍ਹ ਜਿਹੜੇ ਵੀ ਤੁਸੀਂ ਕੰਟਰੀ ਵਿੱਚ 2 ਜਾਂ 3 ਘੰਟੇ ਸਟੇ ਹੋਊਗੀ ਉੱਥੇ ਤੁਹਾਨੂੰ ਆਪਦਾ ਕਰੋਨਾ ਟੈਸਟ ਨਹੀਂ ਕਰਵਾਉਣ ਦੀ ਲੋੜ। ਸੋ ਇਸ ਕਰਕੇ ਤੁਸੀਂ ਟੁੱਟਵੀਂ ਫਲਾਈਟ 'ਤੇ ਵੀ ਲੈ ਕੇ ਜਾ ਸਕਦੇ ਜੀ, ਕਿਉਂਕਿ ਪ੍ਰੈਜ਼ੈਂਟਲੀ ਹੋ ਕੀ ਰਿਹਾ ਕਿ ਭਾਰਤ ਤੋਂ ਕੈਨੇਡਾ ਵਿੱਚ ਸਿਰਫ 3 ਦਿਨ ਫਲਾਈਟ ਵੈਨਕੂਵਰ ਹੈ, 3 ਦਿਨ ਟੋਰਾਂਟੋ ਹੈ। ਸੋ ਇੱਕ ਪਲੇਨ ਦੇ ਵਿਚਕਾਰ ਲਿਮਟਡ ਸੀਟਸ ਨੇ, ਤੁਹਾਨੂੰ ਡਾਇਰੈਕਟ ਫਲਾਈਟ ਮਿਲਣੀ ਪੋਸੀਬਲ ਨਹੀਂ ਹੋ ਪਾਏਗੀ। ਤੁਸੀਂ ਕਿਸੇ ਵੀ ਫਲਾਈਟ ਲੈ ਕੇ ਕੈਨੇਡਾ ਵਿੱਚ ਚਲੇ ਜਾਓ। ਕਿਉਂ ਚਲੇ ਜਾਓ? ਉਹ ਹੁਣ ਮੇਨ ਰੀਜ਼ਨ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਕੈਨੇਡਾ ਦੀ ਸਰਕਾਰ ਨੇ ਇੱਕ ਤੁਹਾਨੂੰ ਸਹੂਲਤ ਦਿੱਤੀ ਹੈ ਕਿ ਤੁਸੀਂ ਟੂਰਿਸਟ ਵੀਜ਼ੇ ਨੂੰ ਵਰਕ ਵੀਜ਼ੇ 'ਚ ਕਨਵਰਟ ਕਰਾ ਸਕਦੇ ਜੀ। ਇਹ ਸਹੂਲਤ ਸਿਰਫ 27 ਫਰਵਰੀ 2023 ਤੱਕ ਹੈ। ਤੁਸੀਂ ਉੱਥੇ ਜਾ ਕੇ ਫਸਟ ਜਿਹੜੀ ਡਿਸਕਸ਼ਨ ਹੁੰਦੀ ਹੈ ਕੰਸਲਟੈਂਟ ਦੇ RCIC ਨਾਲ, ਉਹ ਫ੍ਰੀ 'ਚ ਹੁੰਦੀ ਹੈ, ਉਹਦੇ ਪੈਸੇ ਨਹੀਂ ਕੋਈ ਲੈਂਦਾ। ਤੁਸੀਂ 10-15 ਇਮੀਗ੍ਰੇਸ਼ਨ ਕੰਸਲਟੈਂਟ ਕੋਲ ਜਾਓ, ਜਿੰਨੇ ਸਵਾਲ ਹੈ ਪਹਿਲਾਂ ਲਿਖ ਕੇ ਲੈ ਕੇ ਜਾਓ, ਪਰ ਨਗਦ ਪੈਸੇ ਉੱਥੇ ਬਿਲਕੁਲ ਨਹੀਂ ਦੇਣੇ। ਪਹਿਲਾਂ ਤੁਸੀਂ 10-15 ਬੰਦਿਆਂ ਕੋਲ ਜਾਓ ਔਰ ਸੱਚਾਈ ਲੱਭਣ ਦੀ ਕੋਸ਼ਿਸ਼ ਕਰੋ ਕਿ ਬਈ ਤੁਹਾਨੂੰ ਉਹ ਜਿਹੜਾ ਵਰਕ ਪਰਮਿਟ ਦੇ ਰਿਹਾ ਉਹਦੇ ਪੈਸੇ ਕਿੰਨੇ ਲਊਗਾ, ਪੈਸੇ ਲੈ ਕੇ ਕੀ ਤੁਹਾਨੂੰ ਕੰਮ ਮਿਲੂਗਾ ਜਾਂ ਨਹੀਂ ਮਿਲੂਗਾ। ਇਹ ਗੱਲ ਇੰਪਲੋਇਰ ਦੇ ਨਾਲ ਕਰਨੀ ਬਣਦੀ ਹੈ, ਇਮੀਗ੍ਰੇਸ਼ਨ ਕੰਸਲਟੈਂਟ ਦੇ ਨਾਲ ਨਹੀਂ। ਕਾਰਨ ਕੀ ਹੁੰਦਾ ਹੈ ਕਿ ਬਾਅਦ 'ਚ ਇਮੀਗ੍ਰੇਸ਼ਨ ਕੰਸਲਟੈਂਟ ਨੇ ਤੁਹਾਨੂੰ ਲੱਭਣਾ ਹੀ ਨਹੀਂ। ਉਹ ਜਿਹੜੀ ਕੋਰਟ ਗਿਆ ਜੀ, ਉਹ ਜੀ ਘਰੇ ਆ ਜੀ, ਉਹ ਫਲਾਣੀ ਜਗ੍ਹਾ ਗਿਆ, ਤੁਸੀਂ ਆਪਦਾ ਟਾਈਮ ਖਰਾਬ ਕਰੋਗੇ। ਕੈਨੇਡਾ 'ਚ ਪੈਸੇ ਘੰਟਿਆਂ ਬਚਾ ਕੇ ਮਿਲਦੇ ਨੇ, ਫਿਰ ਤੁਸੀਂ ਪਛਤਾਓਗੇ। ਸੋ ਇਸ ਤੋਂ ਪਹਿਲਾਂ ਕਿ ਕਿਸੇ ਵੀ ਏਜੰਟ ਨੂੰ ਦਿਓ ਜਾਂ ਕਿਸੇ ਵੀ ਇੰਪਲੋਇਰ ਨੂੰ ਦਿਓ, ਬੜੀ ਸਾਫ਼ ਸੁਥਰੇ ਤਰੀਕੇ ਨਾਲ ਗੱਲ ਕਰੋ ਕਿ ਨੌਕਰੀ ਮੈਨੂੰ 40 ਘੰਟੇ ਪਰ ਹਫ਼ਤਾ ਮਿਲੂਗੀ ਜਾਂ ਨਹੀਂ ਮਿਲੂਗੀ, ਮੇਰੀ ਤਨਖਾਹ ਕਿੰਨੀ ਹੋਊਗੀ। 18 ਪੇਜ ਦਾ ਐਗਰੀਮੈਂਟ ਹੁੰਦਾ ਹੈ, ਉਹ ਐਗਰੀਮੈਂਟ ਦੀ ਫੋਟੋ ਖਿੱਚ ਲਓ ਜਾਂ ਉਹਦੀ ਕਾਪੀ ਆਪਦੇ ਕੋਲ ਰੱਖੋ, ਕਿਉਂਕਿ ਕੈਨੇਡਾ ਦਾ ਲਾਅ ਬੜਾ ਸਟ੍ਰਿਕਟ ਹੈ, ਤੁਹਾਡੇ ਕੋਲ ਪ੍ਰੂਫ ਹੋਣਾ ਲਾਜ਼ਮੀ ਹੈ। ਜੇ ਕਿਸੇ ਨੂੰ ਪੈਸੇ ਵੀ ਦੇ ਰਹੇ ਜੇ, ਚਾਹੇ ਵੀਡੀਓ ਬਣਾਓ, ਚਾਹੇ ਉਹਦੀ ਵੌਇਸ ਰਿਕਾਰਡਿੰਗ ਕਰ ਲਓ, ਵੀ ਇਸ ਚੀਜ਼ ਦਾ ਜੇ ਪ੍ਰੂਫ ਨਹੀਂ ਹੋਏਗਾ, ਕੱਲ੍ਹ ਨੂੰ ਬੰਦਾ ਮੁੱਕਰ ਗਿਆ, ਤੁਹਾਡੀ ਕੈਨੇਡਾ ਸਰਕਾਰ ਕੋਈ ਹੈਲਪ ਨਹੀਂ ਕਰ ਸਕੇਗੀ। ਸੋ ਬੀ ਵੈਰੀ ਕੰਫਰਟੇਬਲ। ਦੇਖੋ ਉੱਥੇ ਨਾ ਸਿਫਾਰਿਸ਼ ਚੱਲਣੀ ਹੈ, ਨਾ ਪੈਸਾ ਚੱਲਣੀ ਹੈ, ਨਾ ਹੇਰਾਫੇਰੀ। ਸੋ ਤੁਹਾਨੂੰ ਉਸ ਵੇਲੇ ਖਾਸ ਸੁਚੇਤ ਤੌਰ 'ਤੇ ਰਹਿਣਾ ਚਾਹੀਦਾ ਹੈ ਕਿ ਜੇ ਕਿਸ ਨੂੰ ਪੈਸੇ ਦੇਣੇ ਹੈ, ਕਿਸ ਤਰੀਕੇ ਨਾਲ ਦੇਣੇ ਹੈ, ਔਰ ਤੁਹਾਡੇ ਕੋਲ ਪ੍ਰੂਫ ਇਜ਼ ਏ ਮਸਟ। ਇਹਦੇ ਬਿਨਾਂ ਕੋਈ ਛੁਟਕਾਰਾ ਨਹੀਂ ਹੈ।
फिर उत्थे तुहाडा वकील की फीस 10,000 कैनेडियन डॉलर है, वकील करना औखा है। पुलिस ने तुहाडा केस लेना नहीं क्योंकि सिविल केस है। उस पुलिस सिर्फ कनेडा की क्रिमिनल केस में ही इंटरफेयर करती है, दूजे केस में इंटरफेयर नहीं करती है। जिसनों तुसीं स्पॉन्सर कर रहे हो उहदे कोल की कुछ होना चाहिए है। हुण मैं तुहानूं ये दसना चाहूँगा। नंबर 1, उहदे कोल वैलिड पासपोर्ट होना चाहिए है, जिहदी वैलिडिटी घट्टो घट्ट भी 6 महीने इत्थे बैलेंस रहनी चाहिए है। पुलिस क्लीयरेंस सर्टिफिकेट देखो भी जब वो तुहानूं उत्थों स्पॉन्सरशिप भेजिया है तो पुलिस क्लीयरेंस सर्टिफिकेट लाजमी है। देखो पहले तो पुलिस क्लीयरेंस सर्टिफिकेट आप पैसे दे के लै लेंदे सीगे, हुण इस तरीके नाल नहीं है। हुंदा की है कि जब भी तुहाडे विरुद्ध कोई FIR होगी या किसी भी कोर्ट के विचकार क्रिमिनल केस तुहाडे अगेंस्ट हो गया तो वह डाटा कंप्यूटर पर अवेलेबल होंदा है। जब आपां दिल्ली एयरपोर्ट या अमृतसर एयरपोर्ट जाते हैं तो जो वीज़ा अफसर खोल के चैक करता है तुहाडा नाम, फादर का नाम, पासपोर्ट नंबर कि इस बंदे के विरुद्ध कोई FIR तो नहीं लॉन्च हुई। तो जे तुहाडी FIR लॉन्च हो गई है या तुसीं कोई लाल बत्ती कार लंघी है या तुसीं शराब पी के गड्डी फड़े गए तो तुहानूं उन्होंने फ्लाइट नहीं फड़न देनी। इन्हां चीज़ां दा खास गौर फरमाई जाए। करोना के तुहाडे कोल मैडिकल सर्टिफिकेट होना चाहिए है। मैडिकल सर्टिफिकेट सरकारी डॉक्टर को बाद च लो, पहला अनऑफिशियल तौर पर प्राइवेट आपका मैडिकल करा के देख लो। जोड़े अपने लैब वाले होंगे ने जोड़े यूरिन, स्टूल तो ब्लड सैंपल चैक करते हैं तो चैस्ट का एक्सरे चैक करा लो। जे कोई प्रॉब्लम होगी तो दवाई खा के इस तो पहला कि तुसीं सरकार उस डॉक्टर को जाए जो कि उस पर्टिकुलर देश का अप्रूव डॉक्टर है, वो 5,000 रुपये फीस होंगी है। सो उस तो पहला जे तुहानूं कोई बीमारी है कोई दवाई वगैरह लैके तुसीं उहदा इलाज कर सकते हो। तो तुहाडे कोल करोना के दोनों इंजैक्शन लगे का सबूत होना चाहिए है कि तुहाडे इंजैक्शन लगे होने चाहिए हैं। फिर है कि बैंक में लोड़ींदी धनराशि होनी चाहिए है। तुसीं ये ना सोचो कि कनेडा कोई मतलब कि एवं हर एक वीज़ा दे जाऊगा। कनेडा में जो कोई फायदा होगा तो ही टूरिस्ट वीज़ा देगा। उन्होंने पैसा दिखाओगे कि हाँ मेरे को कनेडा घूमन फिरन लई पैसे हैगे आ, जिहड़े कि लीको फैक्टर लो इनकम कट ऑफ पॉइंट के निर्धारित होंगे ने। ये तुहानूं टर्मिनोलॉजी समझ नहीं आएगी, पर प्रेजेंटली जे तुहाडे कोल कंफर्टेबली 10 लाख रुपया बैंक हैगा शो कर ली और वो एक नंबर च होना भी चाहिए है। क्योंकि जब तुम वीज़ा एप्लीकेशन लगाओगे साडा सुपर कंप्यूटर ऑटोमैटिकली उस पर्टिकुलर बैंक नूं ईमेल करेगा कि ये कोई पैसे बैंक हैगे या नहीं हैगे, तो जे है ना होए तो 5 साल का तुहाडे कोल बैन लग जाएगा। सो ये जिहियां गलतियां ना करो। हाउ टू फाइल एप्लीकेशन सब तो वधिया है कि तुसीं आपकी फाइल खुद भी लगा सकते जी। जेकर तुसीं केस लगाउणा ही है तो RCIC कनेडा के रजिस्टर्ड इमीग्रेशन कंसलटेंट को लगवा सकते हैं। ये अजकल भारत के विचकार भी काफ़ी ने, इन्हों को ऑलरेडी कनेडा सरकार का लाइसेंस है। जेकर तुसीं फाइल भारत तो लगवा रहे हैं तो प्लीज़ इंश्योर कि फाइल कंप्यूटर पर लगनी चाहिए है। डायरैक्ट 14 दिन का फैसला होगा। और यदि मैं तुहानूं बड़ी वधिया शराकत दसदा है, जब फाइल आप ऑनलाइन लगाउने आ तुहाडी ईमेल ID तो सैलफोन जो सिम तुहाडा उहदे ते मैसेज आता है कि तुहाडी एप्लीकेशन रिसीव कर ली गई है। तो वो प्रूफ है, तुहानूं कोई एजेंट तुहाडा उल्लू नहीं बना सकता कि तेरी फाइल में ला दी तो पैसे ले ले। नो, उन्होंने कहा जब तक मेरी ईमेल के मैसेज नहीं आता मैं तेन पेमेंट करने वाला नहीं है। तो वो कोलों एप्लीकेशन की कापी कढ़ा के रखो, वो कवरिंग लैटर की कापी तुहाडे कोल होनी चाहिए है। तो जे तुसीं विजिटर वीजे जाना तुहाडे कोल आपदे नाम ते क्रेडिट कार्ड होना चाहिए है, क्योंकि जदों $185 की पेमेंट गौरमेंट ऑफ कनेडा को करनी होंदी है वो तुहाडे ही क्रेडिट कार्ड तो पेमेंट हो सकती है या डेबिट कार्ड तो होर किसी के खाते चों नहीं हो सकती। जे कोई कर रहा है तो तुहाडी वीज़ा एप्लीकेशन रद्द होनी ही होनी है। ये तुसीं पहलां सोच के चलो। कनेडा विजिट करने का सही समा की है? देखो भारत में विसाखी तो लैके दिवाली तक इन्हां दिनां च कनेडा च मौसम साफ होंदा है, स्नो नहीं पैंदी, तुसीं घूम फिर सकते जे। तो सरकार ने कुछ एक्सट्रा बंदे ड्यूटी ते लाए होंदे ने जिहड़े तुहाडी सेफ्टी का ध्यान रखते हैं। तो इस करके वो दिनां दे विचकार तुसीं जा सकते जे। जे किसी का ब्याह शादी दिसंबर च है या बाकी दिनों च है, किसी का बर्थडे है, किसी की मैरिज एनिवर्सरी है, वो केस ये कवर नहीं होंदा, वो सैपरेट जोड़ा है हो सकता है। सो जे तुसीं सिर्फ घूमन फिरन का बहाना ला रहे जी तो तुसीं आ टाइम के दौरान ही जाओ।
ਕੈਨੇਡਾ ਪਹੁੰਚ ਕੇ ਤੁਸੀਂ ਕੀ ਕਰਨਾ ਹੈ? ਜੇ ਤੁਸੀਂ ਦੇਖੋ, ਜੇ ਤਾਂ ਤੁਸੀਂ ਘੁੰਮ ਫਿਰ ਕੇ ਆਉਣਾ ਹੈ ਫਿਰ ਤਾਂ ਬਹੁਤ ਸੀਰੀਅਸ ਹੋਣ ਦੀ ਲੋੜ ਨਹੀਂ ਹੈ, ਕਿਉਂਕਿ ਜਿਹੜੇ ਫਾਰਮ ਵਿੱਚ ਤੁਸੀਂ ਇਨਫੋਰਮੇਸ਼ਨ ਦੇ ਦਿੱਤੀ ਉਹ 50 ਸਾਲ ਲਈ ਉਸ ਕੰਪਿਊਟਰ ਵਿੱਚ ਚਲੀ ਜਾਣੀ। ਹੁੰਦਾ ਕੀ ਹੈ ਕਿ ਤੁਸੀਂ ਇਹਦੇ 'ਚ ਪ੍ਰੋਪਰ ਜਾਣਕਾਰੀ ਨਹੀਂ ਦਿੰਦੇ। ਜਦ ਕੈਨੇਡਾ 'ਚ ਜਾ ਕੇ ਤੁਸੀਂ ਇਹਨੂੰ ਵਰਕ ਪਰਮਿਟ ਕਨਵਰਟ ਕਰਾਉਣਾ ਹੈ, ਇੱਥੇ ਤੁਸੀਂ ਲਿਖਤਾ ਫਾਰਮਰ ਕਿ ਮੈਂ ਖੇਤੀਬਾੜੀ ਕਰਦਾ ਹੈ, ਉੱਥੇ ਜਾ ਕੇ ਵਰਕ ਪਰਮਿਟ ਤੁਹਾਨੂੰ ਡਰਾਈਵਰ ਦਾ ਕਿਵੇਂ ਮਿਲ ਸਕੇਗਾ? ਸੋ ਜਿਹੜਾ ਤੁਹਾਡੇ ਦਿਮਾਗ 'ਚ ਚੀਜ਼ ਹੈ ਤੁਹਾਨੂੰ ਉਹ ਫਾਰਮ ਵਿੱਚ ਪਹਿਲਾਂ ਭਰ ਕੇ ਜਾਣੀ ਚਾਹੀਦੀ ਹੈ, ਤਾਂ ਕਿ ਜਦ ਤੁਹਾਡੀ ਉੱਥੇ ਕੈਨੇਡਾ 'ਚ ਫਾਈਲ ਵਰਕ ਵੀਜ਼ੇ ਦੀ ਲਾਈ ਜਾਵੇ ਤਾਂ ਉਹਦੀ ਰਿਲੀਵੈਂਸੀ ਜਿਹੜੀ ਹੈ ਤੁਹਾਡੀ ਵਿਜ਼ਟਰ ਵੀਜ਼ੇ ਦੀ ਐਪਲੀਕੇਸ਼ਨ ਨਾਲ ਹੋਣੀ ਲਾਜ਼ਮੀ ਹੈ। ਸੋ ਇਸ ਗੱਲ ਵੱਲ ਖਾਸ ਧਿਆਨ ਦਿੱਤਾ ਜਾਵੇ। ਕੈਨੇਡਾ ਵਿੱਚ ਇੰਗਲਿਸ਼ ਦਾ ਟੈਸਟ ਪਾਸ ਕਰਨਾ ਹੁੰਦਾ ਹੈ। ਕਾਨੂੰਨ ਇਹ ਕਹਿੰਦਾ ਹੈਗਾ ਕਿ ਜੇ ਤੁਸੀਂ ਕੈਨੇਡਾ 'ਚ ਜਾ ਕੇ ਟੂਰਿਸਟ ਵੀਜ਼ੇ ਨੂੰ ਵਰਕ ਵੀਜ਼ੇ ਕਨਵਰਟ ਕਰਾਇਆ ਤਾਂ ਉੱਥੇ ਤੁਹਾਨੂੰ 2 ਸਾਲ ਦੇ ਅੰਦਰ ਅੰਦਰ ਆਪਦਾ ਕੋਈ ਵੀ ਇੱਕ ਇੰਗਲਿਸ਼ ਦਾ ਐਗਜ਼ਾਮ ਪਾਸ ਕਰਨਾ ਹੋਊਗਾ, ਜਿਹਦੇ ਵਾਸਤੇ ਉੱਥੇ ਤੁਸੀਂ ਪੜ੍ਹਾਈ ਆਨਲਾਈਨ ਪੜ੍ਹਾਈ ਕਰ ਸਕਦੇ ਜੀ। ਸੈਚਰਡੇ ਸੰਡੇ ਕਲਾਸ ਵੀ ਲੈ ਸਕਦੇ ਜੀ ਜਾਂ ਫਿਜ਼ੀਕਲ ਕਲਾਸ ਲਗਾ ਸਕਦੇ ਜੀ। ਤਾਂ ਉਹਦੇ ਲਈ ਤੁਹਾਨੂੰ ਯੋਗ ਹੋਣਾ ਚਾਹੀਦਾ ਹੈ। ਜੇ ਐਗਜ਼ਾਮ ਪਾਸ ਨਹੀਂ ਹੋਏਗਾ, ਜਿੰਨੇ ਕੁ ਪੈਸੇ ਕਮਾਓਗੇ ਉਨੇ ਕੁ ਤੁਹਾਡੇ ਏਜੰਟ ਲਈ ਜਾਊਗਾ, ਚਾਹੇ ਉੱਥੇ 10 ਸਾਲ ਕੰਮ ਕਰੀ ਜਾਓ, ਉਹਦਾ ਤੁਹਾਨੂੰ ਕੋਈ ਲਾਭ ਹੋਣ ਵਾਲਾ ਨਹੀਂ ਹੈ। ਸੋ ਮੈਂ ਇਹ ਵੀਡੀਓ ਇੱਥੇ ਹੀ ਖਤਮ ਕਰਦਾ ਹਾਂ। ਧੰਨਵਾਦ ਸਰ, ਥੈਂਕ ਯੂ ਵੈਰੀ ਮਚ।